ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਅਸੀਂ ਵਿਜ਼ਟਰ ਵੀਜ਼ਾ ਲੈਣ ਲਈ ਜਿਹੜੇ ਡਾਕੂਮੈਂਟ ਲਗਾਉਣੇ ਬਹੁਤ ਜ਼ਰੂਰੀ ਹੈ ਉਹਨਾਂ ਬਾਰੇ ਗੱਲ ਕਰਾਂਗੇ ਕਿ ਕਿਹੜੇ ਡਾਕੂਮੈਂਟਸ ਨਾ ਲਗਾਉਣ 'ਤੇ ਤੁਹਾਡਾ ਵੀਜ਼ਾ ਰਿਜੈਕਟ ਹੁੰਦਾ ਹੈ। ਉਸ ਬਾਰੇ ਤੁਹਾਨੂੰ ਵਿਸਤਾਰ ਵਿੱਚ ਜਾਣਕਾਰੀ ਦੇਵਾਂਗੇ। ਅੱਜ ਦੀ ਵੀਡੀਓ ਥੋੜੀ ਲੰਬੀ ਹੈ ਪਰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਇਸ ਨਾਲ ਤੁਹਾਨੂੰ ਬਹੁਤ ਇਨਫੋਰਮੇਸ਼ਨ ਮਿਲੇਗੀ। ਤੇ ਨਾਲ ਹੀ ਜੋ ਕੋਈ ਹੋਰ ਵੀਜ਼ੇ ਲਈ ਅਪਲਾਈ ਕਰਨਾ ਚਾਹੁੰਦਾ ਉਹ ਵੀ ਜ਼ਰੂਰ ਦੇਖਣਾ ਕਿਉਂਕਿ ਇਸ ਵਿੱਚ ਅਸੀਂ ਡਾਕੂਮੈਂਟ 'ਤੇ ਜ਼ਿਆਦਾ ਫੋਕਸ ਕਰਾਂਗੇ ਕਿ ਕਿਹੜੇ ਡਾਕੂਮੈਂਟਸ ਨਾਲ ਜ਼ਿਆਦਾ ਕਲੈਰਿਟੀ ਹੁੰਦੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਵੀਜ਼ਾ ਐਪਲੀਕੇਸ਼ਨ ਨੂੰ ਵੀਜ਼ਾ ਆਫਿਸਰਸ ਦੁਆਰਾ ਪ੍ਰੋਸੈਸ ਕੀਤਾ ਜਾਂਦਾ ਹੈ ਤੇ ਉਹ ਵੈਲ ਟ੍ਰੇਨਡ ਆਫਿਸਰ ਹੁੰਦੇ ਹਨ ਤੇ ਉਹਨਾਂ ਕੋਲ ਡੇਲੀ ਬਹੁਤ ਸਾਰੀਆਂ ਫਾਈਲਸ ਪ੍ਰੋਸੈਸ ਹੁੰਦੀਆਂ ਨੇ ਜਿਸ ਨਾਲ ਉਹਨਾਂ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਵੀ ਹੁੰਦਾ ਹੈ, ਜਿਸ ਨਾਲ ਉਹ ਤੁਹਾਡੇ ਡਾਕੂਮੈਂਟਸ ਦੇ ਹਿਸਾਬ ਨਾਲ ਅੰਦਾਜ਼ਾ ਲਗਾ ਲੈਂਦੇ ਹਨ ਕਿ ਹਾਂ ਇਸ ਨੇ ਵਾਪਸ ਜਾਣਾ ਹੈ ਜਾਂ ਨਹੀਂ ਤੇ ਉਸ ਦੇ ਬੇਸ 'ਤੇ ਹੀ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਹੈ ਜਾਂ ਰਿਜੈਕਟ ਕਰ ਦਿੱਤਾ ਜਾਂਦਾ ਹੈ। ਤਾਂ ਤੁਹਾਡੇ ਤੋਂ ਕੋਈ ਡਾਇਰੈਕਟ ਕੁਐਸਚਨ ਨਹੀਂ ਪੁੱਛਿਆ ਜਾਂਦਾ ਪਰ ਤੁਹਾਡੇ ਡਾਕੂਮੈਂਟਸ 'ਤੇ ਬੇਸਿਸ 'ਤੇ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਹਾਂ ਤੁਸੀਂ ਜੋ ਡਾਕੂਮੈਂਟ ਦਿੱਤੇ ਹਨ ਉਸ ਵਿੱਚ ਕਿੰਨਾ ਟਰੁੱਥ ਹੈ ਕਿੰਨਾ ਨਹੀਂ। ਤਾਂ ਅੱਜ ਕੱਲ੍ਹ ਕਰਦੇ ਹਾਂ ਡਾਕੂਮੈਂਟਸ ਦੀ ਕਿ ਕਿਹੜੇ ਡਾਕੂਮੈਂਟਸ ਜ਼ਰੂਰੀ ਹਨ। ਤਾਂ ਸਭ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਨੋਟ ਕਰ ਲੈਣਾ, ਇਹ ਕੋਈ ਲੀਗਲ ਐਡਵਾਈਸ ਨਹੀਂ, ਇਹ ਅਸੀਂ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਜਿਸ ਨਾਲ ਫਾਈਲ ਨੂੰ ਸਟਰੋਂਗ ਕੀਤਾ ਜਾ ਸਕਦਾ ਹੈ। ਜਦ ਵੀ ਤੁਸੀਂ ਅਪਲਾਈ ਕਰੋ ਤਾਂ ਨਾ ਸਾਡੇ 'ਤੇ ਵਿਸ਼ਵਾਸ ਕਰੋ ਨਾ ਆਪਣੇ ਏਜੰਟ 'ਤੇ ਕਰੋ, ਤੁਸੀਂ ਖੁਦ ਰਿਸਰਚ ਕਰਨ ਤੋਂ ਬਾਅਦ ਹੀ ਆਪਣੀ ਵੀਜ਼ਾ ਐਪਲੀਕੇਸ਼ਨ ਲਿਖਾਓ। ਤੇ ਹੁਣ ਗੱਲ ਕਰਦੇ ਹਾਂ ਕਿ ਕਿਹੜੇ ਡਾਕੂਮੈਂਟਸ ਦੀ ਸਪੋਰਟ ਨਾਲ ਤੁਸੀਂ ਆਪਣੀ ਫਾਈਲ ਨੂੰ ਸਟਰੋਂਗ ਕਰ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨਵੀਟੇਸ਼ਨ ਲੈਟਰ ਦੀ। ਇਨਵੀਟੇਸ਼ਨ ਲੈਟਰ ਜਿਸ ਨੇ ਤੁਹਾਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਹੈ, ਚਾਹੇ ਤੁਹਾਡਾ ਫੈਮਿਲੀ ਮੈਂਬਰ ਹੈ ਚਾਹੇ ਰਿਲੇਟਿਵ ਹੈ, ਤਾਂ ਉਸ ਵੱਲੋਂ ਇੱਕ ਇਨਵੀਟੇਸ਼ਨ ਲੈਟਰ ਹੋਣਾ ਚਾਹੀਦਾ ਹੈ ਕਿ ਉਹ ਤੁਹਾਨੂੰ ਕਿੰਨੇ ਦਿਨ ਲਈ ਕੈਨੇਡਾ ਦੇ ਵਿੱਚ ਬੁਲਾ ਰਿਹਾ ਹੈ ਤੇ ਉਸ ਦਾ ਕਾਰਨ ਕੀ ਹੈ ਤੇ ਜਿੰਨੇ ਦਿਨ ਲਈ ਤੁਹਾਨੂੰ ਕੈਨੇਡਾ ਦੇ ਵਿੱਚ ਬੁਲਾਉਣਾ ਹੈ ਉਸ ਲਈ ਤੁਹਾਡੇ ਕੀ ਪਲਾਨ ਹਨ। ਜਿਵੇਂ ਜੇ ਤੁਹਾਨੂੰ 10 ਦਿਨ ਲਈ ਤੁਹਾਡਾ ਫੈਮਿਲੀ ਮੈਂਬਰ ਜਾਂ ਰਿਲੇਟਿਵ ਘੁੰਮਣ ਲਈ ਬੁਲਾ ਰਿਹਾ ਤਾਂ ਤੁਸੀਂ 10 ਦਿਨ ਕਿੱਥੇ ਘੁੰਮਣ ਜਾਓਗੇ, ਤਾਂ ਉਸ ਬਾਰੇ ਤੁਸੀਂ ਆਪਣਾ ਦੱਸੋ ਕਿ ਕਿੱਥੇ ਘੁੰਮਣ ਜਾਓਗੇ। ਉਸ ਲਈ ਤੁਹਾਡੀ ਕੋਈ ਰਿਜ਼ਰਵੇਸ਼ਨ ਹੈ ਜਾਂ ਫਿਰ ਤੁਹਾਡੇ ਘਰ ਕੋਈ ਫੰਕਸ਼ਨ ਹੈ, ਕਾਰਨਾਮਾ ਲਿਆ ਤੁਹਾਡੇ ਫੈਮਿਲੀ ਮੈਂਬਰ ਜਾਂ ਰਿਲੇਟਿਵ ਨੇ, ਤਾਂ ਉਸ ਲਈ ਕੋਈ ਤੁਹਾਡੀ ਰਿਜ਼ਰਵੇਸ਼ਨ ਹੈ। ਘਰ ਦੀ ਡੈਕੋਰੇਸ਼ਨ ਲਈ ਤੁਸੀਂ ਉਸ ਦਿਨਾਂ ਦੇ ਲਈ ਕੋਈ ਰਿਜ਼ਰਵੇਸ਼ਨ ਕਰਾਈ ਹੈ ਜਾਂ ਫਿਰ ਫੂਡ ਲਈ ਕੋਈ ਰਿਜ਼ਰਵੇਸ਼ਨ ਕਰਾਈ ਹੈ ਜਾਂ ਕਿੰਨੇ ਲੋਕਾਂ ਦੀ ਗੈਦਰਿੰਗ ਹੋਣੀ ਹੈ ਉਹਨਾਂ ਨੂੰ ਕੋਈ ਤੁਸੀਂ ਲੈਟਰ ਇਨਵੀਟੇਸ਼ਨ ਭੇਜੇ ਹਨ, ਤਾਂ ਉਸ ਬਾਰੇ ਸਾਰੀ ਜਾਣਕਾਰੀ ਦਿਓ। ਹੁਣ ਅਗਲਾ ਗੱਲ ਕਰਦੇ ਹਾਂ ਫੰਡਸ ਬਾਰੇ। ਅਤੇ ਜਦ ਤੁਸੀਂ ਕੋਈ ਵੀ ਕੈਟੇਗਰੀ ਦੀ ਫਾਈਲ ਲਗਾਉਂਦੇ ਹੋ ਜਾਂ ਵਿਜ਼ਟਰ ਵੀਜ਼ਾ ਹੋਇਆ ਜਾਂ ਹੋਰ, ਤਾਂ ਤੁਸੀਂ ਆਪਣੇ ਫੰਡਸ ਨਾਲ ਸਫੀਸ਼ੀਐਂਟ ਕਰੋ ਕਿ ਜਿੰਨੇ ਦਿਨ ਲਈ ਤੁਸੀਂ ਕੈਨੇਡਾ ਦੇ ਵਿੱਚ ਰਹਿਣਾ ਹੈ ਤੁਸੀਂ ਆਪਣਾ ਖਰਚਾ ਉਹ ਫੰਡਸ ਨਾਲ ਪੂਰਾ ਕਰ ਸਕਦੇ ਹੋ। ਪਹਿਲਾਂ ਤੁਸੀਂ ਖੁਦ ਸੋਚੋ ਕਿ ਹਾਂ ਮੇਰੇ ਕੋਲ ਇੰਨੇ ਫੰਡਸ ਹਨ, ਇਸ ਨਾਲ ਕੈਨੇਡਾ ਦਾ ਆਉਣ ਦਾ ਖਰਚਾ, ਆਉਣ ਦੀ ਟਿਕਟ, ਜਾਣ ਦੀ ਟਿਕਟ ਅਤੇ ਉੱਥੇ ਰਹਿਣ ਦਾ ਖਰਚਾ ਸਾਰਾ ਪੂਰਾ ਹੋਵੇਗਾ ਜਾਂ ਨਹੀਂ। ਜੇ ਤੁਹਾਡਾ ਨਹੀਂ ਪੂਰਾ ਹੈ, ਤੁਹਾਡੇ ਫੰਡਸ ਘੱਟ ਹਨ, ਤਾਂ ਉਹਨਾਂ ਨੂੰ ਪੂਰੇ ਕਰਨ ਤੋਂ ਬਾਅਦ ਹੀ ਫਾਈਲ ਲਗਾਓ ਕਿਉਂਕਿ ਵੀਜ਼ਾ ਆਫਿਸਰ ਨੇ ਵੀ ਇਹੀ ਚੀਜ਼ਾਂ ਸੋਚਣੀਆਂ ਹਨ। ਜਿਵੇਂ ਜੇ ਫੰਡਸ ਤੁਹਾਡੇ $1000 ਹੈ ਤਾਂ ਵੀਜ਼ਾ ਆਫਿਸਰ ਨੂੰ ਵੀ ਪਤਾ ਹੈ ਕਿ $1000 ਨਾਲ ਕੁਝ ਨਹੀਂ ਹੋਏਗਾ। ਤੁਸੀਂ ਆਉਣ 'ਤੇ ਜਾਣ ਲਈ ਟਿਕਟ ਵੀ ਖਰੀਦਣੀ ਹੈ, ਤੁਸੀਂ ਰਹਿਣਾ ਵੀ ਹੈ ਅਤੇ ਜੋ ਤੁਹਾਡੇ ਫੰਡਸ ਹਨ ਉਹਨਾਂ ਦਾ ਤੁਸੀਂ ਬੈਂਕ ਸਟੇਟਮੈਂਟਸ ਦਿਓ। ਅਤੇ ਦੂਜੇ ਕੇਸ ਵਿੱਚ ਜੋ ਤੁਹਾਨੂੰ ਇਨਵਾਈਟ ਕਰ ਰਿਹਾ ਕੈਨੇਡਾ ਤੋਂ, ਜੇ ਉਸਨੇ ਤੁਹਾਡੇ ਫੰਡ ਲਈ ਤੁਹਾਨੂੰ ਸਪੋਰਟ ਕਰਨਾ ਹੈ ਤਾਂ ਉਹ ਵੀ ਆਪਣੇ ਸਾਰੇ ਡਾਕੂਮੈਂਟ ਦੇਵੇ, ਲਾਈਕ ਜੋਬ ਆਫਰ ਲੈਟਰ, ਉਹਦੀ ਮੰਥਲੀ ਇਨਕਮ ਕਿੰਨੀ ਹੈ, ਉਹਦੇ ਐਕਸਪੈਂਸਿਸ ਕਿੰਨੇ ਹਨ ਅਤੇ ਕਿੰਨੀ ਮਨੀ ਹੈ ਉਸ ਕੋਲ ਜਿਸ ਨਾਲ ਤੁਹਾਨੂੰ ਸਪੋਰਟ ਕਰ ਸਕਦਾ ਹੈ। ਉਹ ਸਾਰੀ ਚੀਜ਼ ਦੀ ਕਲੈਰਿਟੀ ਕਰਨੀ ਬਹੁਤ ਜ਼ਰੂਰੀ ਹੈ। ਅਤੇ ਅਗਲਾ ਡਾਕੂਮੈਂਟ ਹੈ ਕਿ ਤੁਸੀਂ ਏਅਰ ਟਿਕਟ ਜਾਂ ਹੋਟਲ ਰਿਜ਼ਰਵੇਸ਼ਨ ਕਰਵਾ ਕੇ ਵੀ ਡਾਕੂਮੈਂਟ ਲਗਾ ਸਕਦੇ ਹੋ, ਜਿਸ ਨਾਲ ਹੋਰ ਕਲੈਰਿਟੀ ਹੁੰਦੀ ਹੈ ਕਿ ਤੁਸੀਂ ਇਸ ਡੇਟ ਲਈ ਕੈਨੇਡਾ ਲਈ ਟਰੈਵਲ ਕਰਨਾ ਹੈ ਅਤੇ ਇਸ ਡੇਟ ਨੂੰ ਤੁਸੀਂ ਵਾਪਸ ਜਾਣਾ ਅਤੇ ਇੰਨੇ ਦਿਨ ਲਈ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਤਾਂ ਉੱਥੇ ਤੁਸੀਂ ਹੋਟਲ ਰਿਜ਼ਰਵੇਸ਼ਨ ਕੀਤੀ ਹੋਈ ਹੈ ਤਾਂ ਤੁਸੀਂ ਵਿਦਆਊਟ ਪ੍ਰੀ ਪੇਇੰਗ ਰਿਜ਼ਰਵੇਸ਼ਨ ਕਰ ਸਕਦੇ ਹੋ। ਇਸ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ, ਪਰ ਜੇ ਤੁਹਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਅਸੀਂ ਇਸ 'ਤੇ ਵੀ ਵੀਡੀਓ ਬਣਾਵਾਂਗੇ। ਹੁਣ ਅਗਲੀ ਗੱਲ ਕਰਦੇ ਹਾਂ ਕਿ ਤੁਹਾਡੇ ਫੈਮਿਲੀ ਮੈਂਬਰਸ ਕਿੰਨੇ ਹਨ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਕੇ ਆ ਰਹੇ ਹੋ। ਜੇ ਤੁਹਾਡਾ ਫੈਮਿਲੀ ਮੈਂਬਰਸ ਤੁਹਾਡੇ 'ਤੇ ਕੋਈ ਡਿਪੈਂਡ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿਓ, ਜਿਵੇਂ ਕਿ ਬੱਚੇ ਜਾਂ ਪੇਰੈਂਟਸ ਜਾਂ ਵਾਈਫ, ਤਾਂ ਉਸ ਬਾਰੇ ਵੀ ਕਲੈਰਿਟੀ ਦਿਓ ਕਿਉਂਕਿ ਇਸ ਨਾਲ ਹੋਰ ਕਲੈਰਿਟੀ ਹੁੰਦੀ ਹੈ ਕਿ ਤੁਹਾਡਾ ਵਾਪਸ ਜਾਣਾ ਬਹੁਤ ਜ਼ਰੂਰੀ ਹੈ। ਹੁਣ ਅੱਗੇ ਗੱਲ ਕਰਦੇ ਹਾਂ ਜੋਬ ਦੀ। ਜੇ ਕੋਈ ਤੁਸੀਂ ਜੋਬ ਕਰਦੇ ਹੋ ਆਪਣੀ ਹੋਮ ਕੰਟਰੀ ਦੇ ਵਿੱਚ ਤਾਂ ਉਸ ਬਾਰੇ ਡਿਟੇਲ ਦਿਓ। ਤੁਸੀਂ ਕਿੰਨੇ ਲੰਬੇ ਸਮੇਂ ਤੋਂ ਇੱਕ ਆਰਗੇਨਾਈਜੇਸ਼ਨ ਨਾਲ ਕੰਮ ਕਰ ਰਹੇ ਹੋ ਉਸ ਬਾਰੇ ਦੱਸੋ। ਜੇ ਲੰਬੇ ਸਮੇਂ ਤੋਂ ਕਰ ਰਹੇ ਹੋ ਤਾਂ ਤੁਹਾਡੇ ਲਈ ਬਹੁਤ ਬੈਨੀਫਿਸ਼ੀਅਲ ਹੋਏਗਾ ਕਿਉਂਕਿ ਇਹ ਹੋਰ ਟਰਸਟਵਰਦੀ ਹੁੰਦਾ ਹੈ ਕਿ ਤੁਸੀਂ ਉਸ ਕੰਪਨੀ ਨਾਲ ਜੋਬ ਨਹੀਂ ਛੱਡੋਗੇ, ਤੁਸੀਂ ਵਾਪਸ ਆਓਗੇ। ਅਤੇ ਜਿੰਨੇ ਦਿਨ ਲਈ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਉਨੇ ਦਿਨਾਂ ਲਈ ਤੁਸੀਂ ਲੀਵ ਲੈਟਰ ਲਓ ਕੰਪਨੀ ਤੋਂ।
ਤੇ ਉਸ ਵਿੱਚ ਸਪੈਸੀਫਿਕ ਡੇਟ ਮੈਂਸ਼ਨ ਹੋਣੀਆਂ ਚਾਹੀਦੀਆਂ ਨੇ, ਕਦ ਤੋਂ ਤੁਹਾਡੀ ਛੁੱਟੀ ਸ਼ੁਰੂ ਹੁੰਦੀ ਹੈ ਤੇ ਕਦ ਤੁਸੀਂ ਵਾਪਸ ਕੰਮ ਤੇ ਆਉਣਾ ਹੈ। ਤੇ ਜਿਹੜੀ ਤੁਹਾਡੀ ਜੌਬ ਹੈ ਤੇ ਉਸ ਲਈ ਜੋ ਵੀ ਤੁਹਾਡੀ ਮੰਥਲੀ ਇਨਕਮ ਹੈ ਉਸ ਤੋਂ, ਤਾਂ ਉਸ ਦੀਆਂ ਤੁਸੀਂ ਬੈਂਕ ਸਟੇਟਮੈਂਟ ਵੀ ਨਾਲ ਲਗਾਓ। ਜੇ ਤੁਸੀਂ ਕੋਈ ਜੌਬ ਨਹੀਂ ਕਰਦੇ ਪਰ ਤੁਹਾਡਾ ਕੋਈ ਆਪਣਾ ਬਿਜ਼ਨਸ ਹੈ, ਆਪਣੀ ਸ਼ੌਪ ਹੈ, ਆਪਣੀ ਖੇਤੀਬਾੜੀ ਕਰਦੇ ਹੋ, ਤਾਂ ਉਸ ਬਾਰੇ ਸਾਰੀ ਡਿਟੇਲ ਦੱਸੋ ਕਿ ਤੁਹਾਡੀ ਕਿੰਨੀ ਆਮਦਨ ਹੈ ਉਸ ਬਾਰੇ, ਜਾਂ ਫਿਰ ਤੁਸੀਂ ਸ਼ੌਪ ਰੈਂਟ 'ਤੇ ਲਈ ਹੈ ਜਾਂ ਫਿਰ ਜ਼ਮੀਨ ਠੇਕੇ 'ਤੇ ਲਈ ਹੋਈ ਹੈ, ਤਾਂ ਉਸ ਬਾਰੇ ਵੀ ਡਾਕੂਮੈਂਟ ਲਗਾਓ। ਤੇ ਉਸ ਨੂੰ ਜਿੰਨੇ ਦਿਨ ਤੁਸੀਂ ਕੈਨੇਡਾ ਦੇ ਵਿੱਚ ਆਉਣਾ ਹੈ ਉਸ ਨੂੰ ਕੌਣ ਸੰਭਾਲੇਗਾ, ਉਸ ਤੋਂ ਵੀ ਇੱਕ ਡਾਕੂਮੈਂਟ ਹੋਣਾ ਚਾਹੀਦਾ ਕਿ ਹਾਂ ਇੰਨੇ ਦਿਨ ਲਈ ਉਹ ਸੰਭਾਲੇਗਾ। ਤੇ ਜੇ ਤੁਹਾਡੇ ਨਾਮ ਕੋਈ ਘਰ ਹੈ ਜਾਂ ਕੋਈ ਪ੍ਰੋਪਰਟੀ ਹੈ ਜਾਂ ਫਿਰ ਸ਼ੇਅਰਸ ਹਨ ਤੁਹਾਡੇ ਕੋਲੇ, ਤਾਂ ਉਸ ਦੀ ਵੀ ਕਲੈਰਿਟੀ ਦਿਓ, ਕਿਉਂਕਿ ਉਹ ਤੁਹਾਡੇ ਫੰਡਸ ਦੇ ਵਿੱਚ ਵੀ ਕਾਊਂਟ ਹੋਣਗੇ ਤੇ ਤੁਹਾਡਾ ਆਪਣੀ ਕੰਟਰੀ ਨਾਲ ਹੋਰ ਰਿਲੇਸ਼ਨ ਸਟਰੋਂਗ ਕਰਦਾ ਹੈ ਕਿ ਤੁਸੀਂ ਇਹਨਾਂ ਰੀਜ਼ਨਸ ਕਰਕੇ ਵਾਪਸ ਆਓਗੇ, ਕਿਉਂਕਿ ਤੁਹਾਡੀ ਉੱਥੇ ਪ੍ਰੋਪਰਟੀ ਹੈ, ਤੁਹਾਡੇ ਸ਼ੇਅਰਸ ਹਨ ਜਾਂ ਫਿਰ ਤੁਹਾਡੀ ਜ਼ਮੀਨ ਹੈ, ਤਾਂ ਉਸ ਬਾਰੇ ਵੀ ਦੱਸੋ। ਤੇ ਜੋ ਤੁਹਾਨੂੰ ਕੈਨੇਡਾ ਬੁਲਾ ਰਿਹਾ ਹੈ, ਤੁਹਾਡਾ ਫੈਮਿਲੀ ਮੈਂਬਰ ਜਾਂ ਰਿਲੇਟਿਵ, ਉਸ ਨਾਲ ਤੁਹਾਡਾ ਰਿਲੇਸ਼ਨ ਕੀ ਹੈ ਉਹ ਵੀ ਜ਼ਰੂਰ ਦੱਸੋ ਡਾਕੂਮੈਂਟਸ ਦੇ ਵਿੱਚ। ਜਿਵੇਂ ਕਿ ਜੇ ਤੁਹਾਡਾ ਬ੍ਰਦਰ ਜਾਂ ਸਿਸਟਰ ਤੁਹਾਨੂੰ ਬੁਲਾ ਰਿਹਾ ਹੈ, ਤੁਹਾਡਾ ਰੀਅਲ ਬ੍ਰਦਰ ਜਾਂ ਸਿਸਟਰ ਹੈ, ਤਾਂ ਓਬਵੀਅਸ ਹੈ ਕਿ ਤੁਹਾਡੇ ਪੇਰੈਂਟਸ ਦੇ ਨੇਮ ਸੇਮ ਹੋਣਗੇ, ਤਾਂ ਉਹ ਡਾਕੂਮੈਂਟਸ ਜ਼ਰੂਰ ਦਿਓ ਜਿਸ ਤੋਂ ਕਲੀਅਰ ਹੁੰਦਾ ਹੈ ਕਿ ਤੁਸੀਂ ਰੀਅਲ ਬ੍ਰਦਰ ਸਿਸਟਰ ਹੋ, ਤਾਂ ਤੁਸੀਂ ਆਪਣੇ ਬ੍ਰਦਰ ਜਾਂ ਸਿਸਟਰ ਨੂੰ ਬੁਲਾ ਰਹੇ ਹੋ, ਜਾਂ ਜੋ ਵੀ ਤੁਹਾਡਾ ਰਿਲੇਸ਼ਨ ਹੈ, ਹਸਬੈਂਡ ਵਾਈਫ ਹੋ, ਤਾਂ ਉਸ ਤਰ੍ਹਾਂ ਦੇ ਡਾਕੂਮੈਂਟਸ ਜ਼ਰੂਰ ਲਗਾਓ ਜਿਸ ਨਾਲ ਤੁਹਾਡੇ ਰਿਲੇਸ਼ਨ ਦੀ ਕਲੈਰਿਟੀ ਹੋਵੇ। ਤੇ ਜੋ ਕੈਨੇਡਾ ਤੋਂ ਤੁਹਾਡੇ ਲਈ ਅਪਲਾਈ ਕਰ ਰਿਹਾ ਹੈ ਉਹਦਾ ਸਟੇਟਸ ਕੀ ਹੈ ਕੈਨੇਡਾ ਦੇ ਵਿੱਚ, ਉਹ ਡਾਕੂਮੈਂਟਸ ਲਗਾਉਣੇ ਵੀ ਬਹੁਤ ਜ਼ਰੂਰੀ ਹਨ। ਤੇ ਜੋ ਵੀ ਤੁਸੀਂ ਡਾਕੂਮੈਂਟ ਲਗਾਓ ਉਹ ਬਹੁਤ ਕਲੀਅਰ, ਟੂ ਦੀ ਪੁਆਇੰਟ ਤੇ ਕੰਪਲੀਟ ਹੋਣੇ ਚਾਹੀਦੇ ਹਨ। ਤਾਂ ਇਹਨਾਂ ਚੀਜ਼ਾਂ ਬਾਰੇ ਤੁਸੀਂ ਆਪਣੀ ਸਿਚੁਏਸ਼ਨ, ਆਪਣੇ ਕੇਸ ਦੇ ਅਕੋਰਡਿੰਗ ਵੀ ਸੋਚ ਸਕਦੇ ਹੋ ਕਿ ਕਿਹੜੇ ਡਾਕੂਮੈਂਟਸ ਤੁਹਾਨੂੰ ਸਪੋਰਟ ਕਰਨਗੇ, ਤੁਹਾਡੇ ਵੀਜ਼ਾ ਨੂੰ ਸਟਰੋਂਗ ਕਰਨਗੇ। ਇੱਕ ਏਜੰਟ ਦੀ ਸਲਾਹ ਲੈਣ ਤੋਂ ਪਹਿਲਾਂ ਤੁਸੀਂ ਖੁਦ ਸਟੱਡੀ ਕਰੋ ਤੇ ਖੁਦ ਆਪਣੇ ਡਾਕੂਮੈਂਟ ਸੋਚੋ ਕਿ ਕਿਹੜੇ ਲਗਾ ਸਕਦੇ ਹੋ, ਤੇ ਉਸ ਦੇ ਅਕੋਰਡਿੰਗ ਤੁਸੀਂ ਅਪਲਾਈ ਕਰੋ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧਿਤ ਸਹੀ ਅਤੇ ਸਬੂਤ ਦੇ ਨਾਲ ਤਾਜ਼ਾ ਖਬਰਾਂ ਲੈ ਕੇ। ਸਤਿ ਸ਼੍ਰੀ ਅਕਾਲ।